ਹੈਲੋ एवरीवन ਗਿਲਸ ਮੈਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 49 ਦੇਖਣ ਲੱਗੇ ਹਾਂ। ਅੱਜ ਅਸੀਂ ਪਿਛਲਾ ਟੌਪਿਕ ਕੀਤਾ ਹੈ ਅਕਾਊਂਟ ਇਕੁਏਸ਼ਨ, ਉਸ ਦੇ ਉੱਪਰ ਕੁਝ ਪ੍ਰੈਕਟਿਸ ਕਰਾਂਗੇ, ਕੁਝ ਪਿਛਲੇ ਟੌਪਿਕ ਉਸ ਉੱਪਰ ਪ੍ਰੈਕਟਿਸ ਕਰਾਂਗੇ। ਠੀਕ ਹੈ ਨਾ ਫਰੈਂਡਸ, ਮੈਂ ਹਰੇਕ ਇੱਕ ਲੈਕਚਰ ਬਾਅਦ ਜ਼ਰੂਰ ਪ੍ਰੈਕਟਿਸ ਕਰਾਉਣਾ ਹੁੰਦਾ ਤਾਂ ਕਿ ਤੁਹਾਨੂੰ ਤਿਆਰੀ ਵੀ ਨਾਲ ਹੋ ਜੇ ਅਤੇ ਤੁਹਾਨੂੰ ਕੋਈ ਪ੍ਰੋਬਲਮ ਵੀ ਨਾ ਆਵੇ। ਠੀਕ ਹੈ ਨਾ ਫਰੈਂਡਸ, ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.com ਤੋਂ ਜਾ ਕੇ ਖਰੀਦ ਸਕਦੇ ਹਨ। ਪਹਿਲਾ ਕੁਐਸਚਨ ਦੇਖੋ, ਵਿਚ ਆਫ ਦਾ ਫੋਲੋਇੰਗ ਅਕਾਊਂਟਸ ਇਜ਼ ਅਫੈਕਟਿਡ ਫਰੋਮ ਦੀ ਡਰਾਇੰਗ ਆਫ ਕੈਸ਼ ਇਨ ਸੋਲ ਪ੍ਰੋਪਰਾਈਟਰ ਬਿਜ਼ਨਸ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਸ਼ੇਅਰ ਹੋਲਡਰ ਅਕਾਊਂਟ, ਕੈਪੀਟਲ ਅਕਾਊਂਟ, ਲਾਇਬਿਲਿਟੀ ਅਕਾਊਂਟ, ਐਕਸਪੈਂਸ ਅਕਾਊਂਟ। ਜੇ ਕੋਈ ਆਪਾਂ ਡਰਾਇੰਗਸ ਕਰਦੇ ਕੈਸ਼ ਦੀ ਤਾਂ ਕਿਹੜਾ ਅਕਾਊਂਟ ਇਫੈਕਟ ਹੁੰਦਾ ਹੈ ਦੱਸੋ? ਤੁਹਾਨੂੰ ਮੈਂ ਦੱਸਿਆ ਹੋਇਆ ਹੈ, ਪਹਿਲਾਂ ਤੁਸੀਂ ਆਪ ਟਰਾਈ ਕਰੋ। ਇਹਦਾ ਆਂਸਰ ਆ ਜਾਏਗਾ ਕੈਪੀਟਲ ਅਕਾਊਂਟ। ਠੀਕ ਹੈ ਨਾ, ਮੇਰੀ ਹਮੇਸ਼ਾ ਜਿਹੜੀ ਡਰਾਇੰਗਸ ਹੈ ਉਹ ਕੈਪੀਟਲ 'ਚੋਂ ਮਾਈਨਸ ਹੋ ਜਾਂਦੀ ਹੈ। ਠੀਕ ਹੈ, ਕਿਉਂ ਮਾਈਨਸ ਹੋ ਜਾਂਦੀਆਂ? ਕਿਉਂਕਿ ਮੇਰਾ ਬਿਜ਼ਨਸ ਐਂਟੀਟੀ ਕੰਸੈਪਟ ਲੱਗ ਰਿਹਾ, ਉਸ ਵਿੱਚ ਕੀ ਕਹਿੰਦੇ ਆ ਕਿ ਬਿਜ਼ਨਸ ਅਤੇ ਪਰਸਨ ਦੀ ਆਪਣੀ ਲਾਈਫ ਬਿਲਕੁਲ ਅਲੱਗ ਹੈ। ਡਰਾਇੰਗਸ ਕੀ ਹੈ? ਪਰਸਨਲ ਕੰਜ਼ੰਪਸ਼ਨ। ਪਰਸਨਲ ਹਮੇਸ਼ਾ ਮੇਰੀ ਕੈਪੀਟਲ 'ਚੋਂ ਮਾਈਨਸ ਹੋਣੀ। ਕੈਪੀਟਲ ਕੀ ਹੈ? ਮੇਰੀ ਬਿਜ਼ਨਸ ਦੀ ਪੂੰਜੀ ਹੈ। ਠੀਕ ਹੈ, ਜਿਸ 'ਚ ਮੈਂ ਲਾ ਕੇ ਪੈਸੇ ਲਗਾ ਕੇ ਮੈਂ ਬਿਜ਼ਨਸ ਸਟਾਰਟ ਕਰਦਾ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ, ਮਿਸਟਰ ਏ ਨੇ ਬੋਰਡ ਕੀਤਾ ਮਨੀ ਫਰੋਮ ਬੈਂਕ ਤੋਂ ਮਨੀ ਬੋਰਡ ਕੀਤੀ ਹੈ ਤਾਂ ਟ੍ਰਾਂਜੈਕਸ਼ਨ ਇਨਵੋਲਵਸ ਵਿਚ ਆਫ ਦਾ ਫੋਲੋਇੰਗ ਅਕਾਊਂਟਸ। ਜੇ ਆਪਾਂ ਨੇ ਬੈਂਕ ਤੋਂ ਪੈਸੇ ਉਧਾਰੀ 'ਤੇ ਲਿੱਤੇ ਨੇ ਤਾਂ ਆਪਾਂ ਕਿਹੜੇ ਅਕਾਊਂਟ ਕ੍ਰੀਏਟ ਹੋਣਗੇ ਦੱਸੋ? ਕੈਸ਼ ਅਤੇ ਬੈਂਕ ਲੋਨ ਅਕਾਊਂਟ ਕ੍ਰੀਏਟ ਹੋਏਗਾ, ਬੈਂਕ ਅਤੇ ਡੈਟਰਸ ਹੋਏਗਾ, ਡਰਾਇੰਗਸ ਐਂਡ ਕੈਸ਼ ਹੋਏਗਾ, ਕੈਸ਼ ਐਂਡ ਬੈਂਕ ਹੋਏਗਾ। ਦੱਸੋ, ਇਹ ਕੋਈ ਪਰਸਨ ਹੈ, ਉਸਨੇ ਬੋਰਡ ਕੀਤੀ ਹੈ ਮਨੀ ਬੈਂਕ ਤੋਂ ਤਾਂ ਕੀ ਹੋਏਗਾ ਦੱਸੋ? ਇਮੈਜਿਨ ਕਰੋ ਕੀ ਹੋਏਗਾ ਇਸ 'ਚ। ਇਹਦਾ ਆਂਸਰ ਆ ਜਾਏਗਾ ਇਹ ਆਪਸ਼ਨ, ਕੈਸ਼ ਐਂਡ ਬੈਂਕ ਲੋਨ। ਪੈਸੇ ਆਪਾਂ ਨੇ ਕਢਾਏ ਨਹੀਂ ਆ, ਆਪਾਂ ਨੇ ਵਿਡਰੋ ਨਹੀਂ ਕੀਤੇ ਆਪਾਂ ਨੇ। ਠੀਕ ਹੈ ਨਾ, ਜੇ ਵਿਡਰੋ ਕੀਤੇ ਹੁੰਦੇ ਪੈਸੇ ਆਪਣੇ ਅਕਾਊਂਟ 'ਚ ਕਢਾਏ ਹੁੰਦੇ ਫਿਰ ਮੇਰਾ ਕਿਹੜਾ ਅਕਾਊਂਟ ਕ੍ਰੀਏਟ ਹੁੰਦਾ? ਫਿਰ ਮੇਰੇ ਡੀ ਅਕਾਊਂਟ, ਕੈਸ਼ ਐਂਡ ਬੈਂਕ। ਮਗਰ ਉਰੇ ਗੱਲ ਕਿਸ ਦੀ ਕਰ ਰਿਹਾ? ਉਹ ਬੋਰਡ ਕੀਤੀ, ਯਾਨੀ ਕਿ ਉਹਨੇ ਲੋਨ ਲਿੱਤਾ ਅਤੇ ਲੋਨ ਲਿੱਤਾ ਮੈਂ ਉਸ ਨਾਮ 'ਤੇ ਹੀ ਕ੍ਰੀਏਟ ਕਰਾਂਗਾ ਬੈਂਕ ਲੋਨ ਅਕਾਊਂਟ ਅਤੇ ਕੈਸ਼ ਅਕਾਊਂਟ। ਕੈਸ਼ 'ਚ ਪੈਸੇ ਆਉਣਗੇ, ਮੇਰੇ ਹੱਥ 'ਚ ਪੈਸੇ ਆਉਣਗੇ ਮਤਲਬ ਕੈਸ਼ ਆਏਗਾ ਅਤੇ ਬੈਂਕ ਲੋਨ ਅਕਾਊਂਟ ਕ੍ਰੀਏਟ ਹੋਏਗਾ। ਠੀਕ ਹੈ ਫਰੈਂਡਸ, ਤਾਂ ਉਰੇ ਇਹ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਹੈ, ਇਹ ਮਿਸਟਰ ਏ ਪ੍ਰੋਵਾਈਡਡ ਫੋਲੋਇੰਗ ਇਨਫੋਰਮੇਸ਼ਨ of the accounts book from his books of accounts at the end of the month। ਲਾਸਟ ਮੰਥ ਵਿੱਚ ਐਟ the end of the ਲਾਸਟ ਡੇਟ ਵਿੱਚ ਆਪਣੇ ਕੁਝ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ ਹੋ ਅਤੇ ਉਹ ਕੈਪੀਟਲ ਪੁੱਛੇ ਮੇਰੀ ਕੈਪੀਟਲ ਕਿੰਨੀ ਹੋਏਗੀ? ਅਕਾਊਂਟ ਰਿਸੀਵੇਬਲ ਦੱਸਿਆ ਹੋਇਆ 500, ਕੈਸ਼ ਦੱਸਿਆ ਹੋਇਆ 2000, ਅਕਾਊਂਟ ਪੇਬਲ ਦੱਸਿਆ ਹੋਇਆ 200, ਬੈਂਕ ਲੋਨ ਦੱਸਿਆ ਹੋਇਆ 1000। ਦੱਸੋ, ਉਹ ਕੈਪੀਟਲ ਪੁੱਛ ਰਿਹਾ, ਤੁਹਾਨੂੰ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ। ਅਕਾਊਂਟ ਰਿਸੀਵੇਬਲ ਮੇਰੇ ਕੀ ਹੁੰਦੇ ਆ? ਡੈਟਰਸ। ਕੈਸ਼ ਕੀ ਹੁੰਦੀ ਹੈ? 2000। ਅਕਾਊਂਟ ਪੇਬਲ ਕੀ ਹੁੰਦੇ ਆ? ਕ੍ਰੈਡੀਟਰਸ। ਬੈਂਕ ਲੋਨ ਕੀ ਹੈ? 1000। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? 200, 900, 1200, 1300। ਉਹਨੇ ਕੈਪੀਟਲ ਪੁੱਛੀ ਹੈ। ਇਹਦਾ ਆਂਸਰ ਮੈਂ ਤੁਹਾਨੂੰ ਪਿਛਲੇ ਟੌਪਿਕ 'ਚ ਅਕਾਊਂਟਿੰਗ ਕੁਐਸਚਨ ਕਰਾ ਚੁੱਕਾ ਅਤੇ ਇਸਦਾ ਆਂਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੇਣਾ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਅਕਾਊਂਟਸ ਵਿਲ ਬੀ ਯੂਜ਼ਡ ਇਨ ਇਕੁਏਸ਼ਨ। ਕਿਹੜੇ ਅਕਾਊਂਟਸ ਯੂਜ਼ ਹੋਣਗੇ ਇਕੁਏਸ਼ਨ ਵਿੱਚ ਦੱਸੋ? ਇਫ ਦਾ ਗੁਡਸ ਆਰ ਸੋਲਡ ਔਨ ਕ੍ਰੈਡਿਟ ਟੂ ਮਿਸਟਰ ਮਹਿਮੂਦ। ਜੇ ਮੈਨੇ ਗੁਡਸ ਸੋਲਡ ਕੀਤੇ ਨੇ, ਵੇਚੇ ਨੇ ਕਿਸ 'ਤੇ? ਕ੍ਰੈਡਿਟ 'ਤੇ, ਯਾਨੀ ਕਿ ਉਧਾਰ 'ਤੇ। ਕਿਹਨੂੰ? ਮਿਸਟਰ ਮਹਿਮੂਦ ਨੂੰ। ਤਾਂ ਕਿਹੜੇ ਅਕਾਊਂਟ ਉਰੇ ਯੂਜ਼ ਹੋਣਗੇ ਮੇਰੇ ਅਕਾਊਂਟ ਇਕੁਏਸ਼ਨ ਵਿੱਚ ਦੱਸੋ? ਕੈਸ਼ ਅਕਾਊਂਟ, ਓਨਰਸ ਇਕੁਇਟੀ, ਅਕਾਊਂਟ ਰਿਸੀਵੇਬਲ, ਓਨਰਸ ਇਕੁਇਟੀ, ਕੈਸ਼ ਐਂਡ ਅਕਾਊਂਟ ਰਿਸੀਵੇਬਲ, ਅਕਾਊਂਟ ਪੇਬਲ, ਓਨਰਸ ਇਕੁਇਟੀ। ਦੱਸੋ, ਜੇ ਤੁਹਾਨੂੰ ਮੇਰਾ ਪਿਛਲਾ ਲੈਕਚਰ ਦੇਖਿਆ ਤਾਂ ਇਸਦਾ ਆਂਸਰ ਤੁਸੀਂ ਆਰਾਮ ਨਾਲ ਦੇ ਸਕਦੇ ਹੋ। ਇਹਦਾ ਆਂਸਰ ਆ ਜਾਏਗਾ ਬੀ ਆਪਸ਼ਨ, ਅਕਾਊਂਟ ਰਿਸੀਵੇਬਲ ਅਤੇ ਮੇਰੀ ਓਨਰਸ ਇਕੁਇਟੀ। ਠੀਕ ਹੈ ਨਾ ਫਰੈਂਡਸ, ਅਕਾਊਂਟ ਰਿਸੀਵੇਬਲ ਅਤੇ ਮੇਰੀ ਓਨਰਸ ਇਕੁਇਟੀ। ਅਗਲਾ ਕੁਐਸਚਨ ਹੈ,
ਦ ਫੇਵਰੇਬਲ ਬੈਲੈਂਸ ਆਫ ਦੀ ਪ੍ਰੋਫਿਟ ਲੋਸ ਅਕਾਊਂਟ ਸ਼ੁੱਡ ਬੀ, ਜਿਹੜਾ ਫੇਵਰੇਬਲ ਬੈਲੈਂਸ ਹੁੰਦਾ ਮੇਰੇ ਪ੍ਰੋਫਿਟ ਲੋਸ ਦਾ, ਯਾਨੀ ਕਿ ਜਿੰਨੀ ਮੇਰਾ ਨੈਟ ਪ੍ਰੋਫਿਟ ਨਿਕਲਦਾ ਉਸ ਨੂੰ ਮੈਂ ਕਿੱਥੇ ਰੱਖਦਾ ਦੱਸੋ ਮੈਨੂੰ? ਮੈਂ ਲਾਇਬਿਲਿਟੀ 'ਚ ਐਡ ਕਰਦਾ, ਜਾਂ ਮੈਂ ਕਰੰਟ ਐਸੈਟ 'ਚੋਂ ਮਾਈਨਸ ਕਰਦਾ, ਜਾਂ ਮੈਂ ਲਾਇਬਿਲਿਟੀ 'ਚੋਂ ਮਾਈਨਸ ਕਰਦਾ, ਜਾਂ ਮੈਂ ਕੈਪੀਟਲ 'ਚ ਐਡ ਕਰਦਾ? ਦੱਸੋ ਤੁਸੀਂ। ਨੈਟ ਪ੍ਰੋਫਿਟ ਮੇਰਾ ਟੌਪਿਕ ਪੜ੍ਹਿਆ ਹੋਏਗਾ, ਉਸ 'ਚ ਜਿਹੜਾ ਪ੍ਰੋਫਿਟ ਆਉਂਦਾ ਉਹ ਮੈਂ ਕਿਸ 'ਚ ਐਡ ਕਰਦਾ? ਮੈਂ ਬੈਲੈਂਸ ਸ਼ੀਟ ਵੀ ਦੇਖੀ ਹੋਣੀ ਤੁਹਾਨੇ, ਦੱਸੋ ਮੈਨੂੰ, ਮੈਂ ਤੁਹਾਨੂੰ ਹਿੰਟ ਵੀ ਦੇ ਤਾ। ਇਹਦਾ ਆਂਸਰ ਆ ਜਾਏਗਾ ਡੀ ਆਪਸ਼ਨ, ਐਡਿਡ ਇਨ ਕੈਪੀਟਲ ਅਕਾਊਂਟ। ਪ੍ਰੋਫਿਟ ਮੇਰਾ ਹਮੇਸ਼ਾ ਕੈਪੀਟਲ ਅਕਾਊਂਟ ਵਿੱਚ ਐਡ ਹੋ ਜਾਂਦਾ, ਠੀਕ ਹੈ। ਜੇ ਕੋਈ ਲੋਸ ਹੈ ਤਾਂ ਮਾਈਨਸ ਹੋ ਜਾਂਦਾ, ਠੀਕ ਹੈ। ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਸੈਟਿਸਫੈਕਟਰੀ ਸਟੇਟਮੈਂਟ ਆਫ ਦੀ ਬੈਲੈਂਸ ਸ਼ੀਟ ਇਕੁਏਸ਼ਨ। ਬੈਲੈਂਸ ਸ਼ੀਟ ਦੇਖੀਏ ਤੁਹਾਨੇ, ਉਸ ਇਕੁਏਸ਼ਨ ਦੇ ਹਿਸਾਬ ਸਿਰ ਉਹ ਪੁੱਛ ਰਿਹਾ ਇਹਨਾਂ 'ਚ ਜਿਹੜੀ ਕੋਈ ਇੱਕ ਸਟੇਟਮੈਂਟ ਹੈ ਜੋ ਸਹੀ ਨਹੀਂ ਹੈ, ਦੱਸੋ। ਐਸਟ ਇਕਲ ਟੂ ਲਾਇਬਿਲਿਟੀ ਪਲੱਸ ਓਨਰਸ ਇਕੁਇਟੀ, ਐਸਟ ਮਾਈਨਸ ਲਾਇਬਿਲਿਟੀ ਇਜ਼ ਇਕਲ ਟੂ ਓਨਰਸ ਇਕੁਇਟੀ, ਐਸਟ ਇਕਲ ਟੂ ਲਾਇਬਿਲਿਟੀ ਮਾਈਨਸ ਓਨਰਸ ਇਕੁਇਟੀ, ਐਸਟ ਮਾਈਨਸ ਓਨਰਸ ਇਕੁਇਟੀ ਇਜ਼ ਇਕਲ ਟੂ ਲਾਇਬਿਲਿਟੀ। ਦੱਸੋ ਇਹ 'ਚੋਂ ਕਿਹੜੀ ਸਟੇਟਮੈਂਟ ਹੈ ਜੋ ਬਿਲਕੁਲ ਸਹੀ ਨਹੀਂ ਹੈ? ਇਹਦਾ ਕੀ ਆਂਸਰ ਆ ਜਾਏਗਾ? ਸੀ ਆਪਸ਼ਨ, ਐਸਟ ਇਕਲ ਟੂ ਲਾਇਬਿਲਿਟੀ ਮਾਈਨਸ ਓਨਰਸ ਇਕੁਇਟੀ ਮੇਰਾ ਮੈਂ ਕਦੀ ਨਹੀਂ ਕੱਢਦਾ ਹੁੰਦਾ, ਠੀਕ ਹੈ ਨਾ ਫਰੈਂਡਸ। ਮੇਰਾ ਇਹ ਆਪਸ਼ਨ ਠੀਕ ਹੈ, ਐਸਟ ਇਕਲ ਟੂ ਲਾਇਬਿਲਿਟੀ ਪਲੱਸ ਓਨਰਸ ਇਕੁਇਟੀ, ਠੀਕ ਹੈ। ਤੁਸੀਂ ਕਦੀ ਵੀ ਦੇਖਿਆ ਹੋਣਾ ਬੈਲੈਂਸ ਸ਼ੀਟ ਦੇ ਦੋ ਹਿੱਸੇ ਹੁੰਦੇ, ਅਕਾਊਂਟੀਕੇਸ਼ਨ ਦੇ ਹਿਸਾਬ ਸੇ ਵੀ ਦੱਸ ਰਿਹਾ ਤਾਂ ਬੈਲੈਂਸ ਸ਼ੀਟ ਦੇ ਹਿਸਾਬ ਸੇ ਵੀ ਦੱਸ ਰਿਹਾ। ਐਸਟ ਉਰੇ ਸਾਈਡ ਆਉਂਦੇ ਨੇ ਕੈਪੀਟਲ ਪਲੱਸ ਕੀ ਆਉਂਦਾ ਲਾਇਬਿਲਿਟੀ, ਵੈਸੇ ਉਰੇ ਆਪਾਂ ਲਾਇਬਿਲਿਟੀ ਲਿਖਦੇ ਹਾਂ ਇਕੱਲੀ, ਮਗਰ ਇਸ 'ਚ ਕੈਪੀਟਲ ਐਡ ਹੁੰਦੀ ਹੈ, ਉਰੇ ਕੈਪੀਟਲ ਆਉਂਦੀ ਹੈ, ਠੀਕ ਹੈ। ਤਾਂ ਉਸ ਹਿਸਾਬ ਸਿਰ ਪਹਿਲਾ ਸਟੇਟਮੈਂਟ ਠੀਕ ਹੈ, ਠੀਕ ਹੈ ਨਾ। ਬੀ ਸਟੇਟਮੈਂਟ ਵੀ ਠੀਕ ਹੈ, ਐਸਟ 'ਚੋਂ ਲਾਇਬਿਲਿਟੀ ਮਾਈਨਸ ਕਰ ਦਿਓ ਤਾਂ ਓਨਰਸ ਦੀ ਇਕੁਇਟੀ ਨਿਕਲ ਆਉਂਦੀ ਹੈ, ਠੀਕ ਹੈ ਨਾ। ਜੇ ਐਸਟ ਇਕਲ ਟੂ ਲਾਇਬਿਲਿਟੀ ਮਾਈਨਸ ਓਨਰਸ ਇਕੁਇਟੀ ਕਦੀ ਨਹੀਂ ਹੋ ਸਕਦਾ, ਐਸਟ ਮਾਈਨਸ ਓਨਰਸ ਇਕੁਇਟੀ ਇਕਲ ਟੂ ਲਾਇਬਿਲਿਟੀ ਜ਼ਰੂਰ ਹੋ ਸਕਦਾ, ਠੀਕ ਹੈ। ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ, ਦ ਰੈਵਨਿਊ ਆਫ ਦ ਬਿਜ਼ਨਸ ਇਨਕਲੂਡਸ। ਰੈਵਨਿਊ ਆਫ ਦ ਬਿਜ਼ਨਸ ਕੀ ਆ ਜਾਂਦਾ ਹੈ ਦੱਸੋ? ਕੈਸ਼ ਸੇਲ ਆਉਂਦੀ ਹੈ ਇਕੱਲੀ, ਕ੍ਰੈਡਿਟ ਸੇਲ ਆਉਂਦੀ ਹੈ, ਕ੍ਰੈਡਿਟ ਪਰਚੇਸ ਆਉਂਦੀ ਹੈ, ਜਾਂ ਬੋਥ ਕੈਸ਼ ਐਂਡ ਕ੍ਰੈਡਿਟ ਸੇਲ ਆਉਂਦੀ ਹੈ? ਇਹਦਾ ਆਂਸਰ ਆ ਜਾਏਗਾ ਡੀ ਆਪਸ਼ਨ, ਬੋਥ ਕੈਸ਼ ਸੇल्स ਐਂਡ ਕ੍ਰੈਡਿਟ ਸੇल्स। ਹੁਣ ਮੈਂ ਰੈਵਨਿਊ ਮੰਨਾਂਗਾ ਬਿਜ਼ਨਸ ਦਾ। ਅਗਲਾ ਕੁਐਸਚਨ ਹੈ, ਵਿਚ ਵਨ ਆਫ ਦਾ ਫੋਲੋਇੰਗ ਰੀਪ੍ਰਜੈਂਟ ਦੀ ਐਕਸਪੈਂਡਿਡ ਬਿਜ਼ਨਸ ਅਕਾਊਂਟਿੰਗ ਇਕੁਏਸ਼ਨ। ਦੱਸੋ ਇਹ 'ਚੋਂ ਕਿਹੜੀ ਐਕਸਪੈਂਡਿਡ ਬੇਸਿਕ ਅਕਾਊਂਟਿੰਗ ਇਕੁਏਸ਼ਨ ਮੰਨੀ ਜਾਏਗੀ? ਐਸਟ ਇਕਲ ਟੂ ਲਾਇਬਿਲਿਟੀ ਪਲੱਸ ਕਾਮਨ ਸ਼ੇਅਰਸ ਪਲੱਸ ਡਿਵੀਡੈਂਡ ਮਾਈਨਸ ਰੈਵਨਿਊ ਮਾਈਨਸ ਐਕਸਪੈਂਸਿਸ, ਐਸਟ ਪਲੱਸ ਡਿਵੀਡੈਂਡ ਮਾਈਨਸ ਐਕਸਪੈਂਸਿਸ ਇਜ਼ ਇਕਲ ਟੂ ਲਾਇਬਿਲਿਟੀ ਪਲੱਸ ਕਾਮਨ ਸ਼ੇਅਰਸ ਪਲੱਸ ਰੈਵਨਿਊ, ਐਸਟ ਮਾਈਨਸ ਲਾਇਬਿਲਿਟੀ ਮਾਈਨਸ ਡਿਵੀਡੈਂਡ ਇਜ਼ ਇਕਲ ਟੂ ਕਾਮਨ ਸ਼ੇਅਰਸ ਪਲੱਸ ਰੈਵਨਿਊ ਮਾਈਨਸ ਐਕਸਪੈਂਸਿਸ, ਜਾਂ ਐਸਟ ਇਕਲ ਟੂ ਰੈਵਨਿਊ ਪਲੱਸ ਐਕਸਪੈਂਸਿਸ ਮਾਈਨਸ ਲਾਇਬਿਲਿਟੀ। ਥੋੜ੍ਹਾ ਐਕਸਪੈਂਡਿਡ 'ਚ ਹੈ ਫੋਰਮ ਹੈ, ਮਗਰ ਇਹ 'ਚ ਤੁਸੀਂ ਧਿਆਨ ਨਾਲ ਸੋਚੋ ਇਹ 'ਚ ਕਿਹੜਾ ਹੋਏਗਾ, ਕਿਹੜਾ ਆਪਸ਼ਨ ਠੀਕ ਹੋਏਗਾ? ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੇਣਾ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, ਵਿਚ ਵਨ ਆਫ ਦਾ ਫੋਲੋਇੰਗ ਟ੍ਰਾਂਜੈਕਸ਼ਨਸ ਵੁੱਡ ਹੈਵ ਨੋ ਇੰਪੈਕਟ ਔਨ ਸਟੇਕ ਹੋਲਡਰ ਇਕੁਇਟੀ। ਵਿੱਚੋਂ ਕਿਹੜੀ ਟ੍ਰਾਂਜੈਕਸ਼ਨ ਮੇਰੀ ਸਟੇਕ ਹੋਲਡਰ ਦੀ ਇਕੁਇਟੀ ਉੱਪਰ ਇਫੈਕਟ ਨਹੀਂ ਕਰਦੀ, ਸਟਾਕ ਹੋਲਡਰ ਸੌਰੀ। ਦੱਸੋ, ਪਰਚੇਸ ਆਫ ਲੈਂਡ ਔਨ ਕ੍ਰੈਡਿਟ, ਡਿਵੀਡੈਂਡ ਟੂ ਦ ਸਟਾਕ ਹੋਲਡਰ, ਨੈਟ ਲੋਸ, ਇਨਵੈਸਟਮੈਂਟ ਇਨ ਕੈਸ਼ ਬਾਈ ਦਾ ਸਟਾਕ ਹੋਲਡਰ। ਇਹਦੇ ਬਾਰੇ ਤੁਹਾਨੂੰ ਮੈਂ ਪਹਿਲੇ ਦੱਸ ਵੀ ਚੁੱਕਾ, ਥੋੜ੍ਹਾ ਯਾਦ ਆਵੇ ਤੁਹਾਨੂੰ ਪਤਾ ਲੱਗ ਜਾਏਗਾ। ਇਹਦਾ ਆਂਸਰ ਆ ਜਾਏਗਾ ਡੀ ਆਪਸ਼ਨ, ਠੀਕ ਹੈ ਫਰੈਂਡਸ। ਇਨਵੈਸਟਮੈਂਟ ਜਿਹੜੀ ਮੇਰੇ ਕੋਲ ਕੈਸ਼ ਵਿੱਚ ਹੈ, ਠੀਕ ਹੈ, ਜਿਹੜੀ ਇਨਵੈਸਟਮੈਂਟ ਜਿਹੜੀ ਮੈਨੂੰ ਕੈਸ਼ ਵਿੱਚ ਮੈਂ ਇਨਵੈਸਟਮੈਂਟ ਕਰ ਰਿਹਾ ਜਿਹੜੀ, ਉਹ ਕਦੀ ਸਟਾਕ ਹੋਲਡਰ ਦੀ ਇਕੁਇਟੀ ਨੂੰ ਇੰਪੈਕਟ ਨਹੀਂ ਕਰਦੀ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਹਿਸਟੋਰੀਕਲ ਕੋਸਟ। ਹਿਸਟੋਰੀਕਲ ਕੋਸਟ ਦੇ ਮੁਤਾਬਿਕ ਜਿਹੜੀ ਕੋਈ ਹਿਸਟੋਰੀਕਲ ਕੋਸਟ ਹੈ ਉਸ ਨੂੰ ਦੇਖਦੇ ਹੋਇਆ ਤਾਂ ਇਸ 'ਚੋਂ ਕਿਹੜੀ ਸਟੇਟਮੈਂਟ ਟਰੂ ਬੈਠਦੀ ਹੈ? ਦੱਸੋ। ਇਟ ਇਜ਼ ਆਲਵੇਜ਼ ਰੈਲੀਵੈਂਟ ਟੂ ਦ ਡਿਸੀਜਨ ਮੇਕਿੰਗ, ਇਟ ਇਜ਼ ਆਲਵੇਜ਼ ਇਰਰੈਲੀਵੈਂਟ ਟੂ ਦ ਡਿਸੀਜਨ ਮੇਕਿੰਗ, ਇਟ ਇਜ਼ ਆਲਵੇਜ਼ ਐਨ ਓਪਰਚੁਨਿਟੀ ਕੋਸਟ, ਇਟ ਇਜ਼ ਆਲਵੇਜ਼ ਰਿਲਾਈਜ਼ੇਬਲ ਵੈਲਿਊ। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਹਿਸਟੋਰੀਕਲ ਕੋਸਟ ਮਤਲਬ ਸੰਕ ਕੋਸਟ, ਇਹਦੇ ਬਾਰੇ ਤੁਹਾਨੂੰ ਮੈਂ ਦੱਸਿਆ ਪਿਛਲੇ
तो पिछले ਲੈਕਚਰ ਵਿੱਚ। ਇਹਦਾ ਆंसर आ जाएगा इट इज़ ऑलवेज इरेलीवेंट टू डिसीजन मेकिंग। ठीक है फ्रेंड्स, अगला क्वेश्चन है ये क्यों है, ਇਹਦੇ ਬਾਰੇ ਤੁਸੀਂ ਮੇਰਾ ਲੈਕਚਰ ਪਿਛਲੇ ਤੋਂ ਪਿਛਲਾ ਲੈਕਚਰ ਜ਼ਰੂਰ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ। आई थिंक 47 ਲੈਕਚਰ ਹੋਏਗਾ, ਤੁਸੀਂ ਉਹਨੂੰ ਦੁਬਾਰਾ ਦੇਖ ਸਕਦੇ ਹੋ। अगला क्वेश्चन है विच ऑफ द गिवन आर द मैथड्स ऑफ मेजरमेंट ऑफ लेबर टर्नओवर। दसो लेबर टर्नओवर ਨੂੰ ਮੇਜਰਮੈਂਟ ਕਰਨ ਲਈ ਜਿਹੜੇ ਮੈਂ ਮੈਥਡ ਤੁਹਾਨੂੰ ਮੈਂ ਦੱਸੇ ਸੀ, ਉਹਨਾਂ ਵਿੱਚੋਂ ਕਿਹੜੇ ਕਿਹੜੇ ਮੈਥਡ ਨੇ ਦੱਸੋ ਮੈਨੂੰ। ਸਪਰੇਸ਼ਨ ਮੈਥਡ ਹੈ, ਫਲਕਸ ਮੈਥਡ ਹੈ, ਰਿਪਲੇਸਮੈਂਟ ਮੈਥਡ ਹੈ, ਜਾਂ ਆਲ ਆਫ ਦੀ ਗਿਵਨ ਆਪਸ਼ਨਸ ਹੈ। ਵਿੱਚੋਂ ਕਿਹੜੇ ਕਿਹੜੇ ਮੈਥਡ ਨੇ? ਜੇ ਤੁਹਾਨੂੰ ਮੇਰਾ ਲੈਕਚਰ ਦੇਖਿਆ ਹੋਵੇ ਤੁਹਾਨੂੰ ਪਤਾ ਹੋਏਗਾ। ਇਹਦਾ ਆंसर ਆ ਜਾਏਗਾ डी ऑप्शन। ਇਸ 'ਚ ਸਾਰੇ ਮੈਥਡ ਲੱਗਦੇ ਨੇ, ਸਪਰੇਸ਼ਨ ਮੈਥਡ ਵੀ ਲੱਗਦਾ ਹੈ, ਫਲਕਸ ਮੈਥਡ ਵੀ ਲੱਗਦਾ ਹੈ, ਰਿਪਲੇਸਮੈਂਟ ਮੈਥਡ ਵੀ ਲੱਗਦਾ ਹੈ। ਠੀਕ ਹੈ ਨਾ ਫਰੈਂਡਸ। ਅ ਟਿਪੀਕਲ ਫੈਕਟਰੀ ਓਵਰਹੈਡ ਕੋਸਟ ਇਜ਼। ਦੱਸੋ ਇਹ 'ਚ ਕੋਈ ਕੋਸਟ ਐਸੀ ਜਿਹੜੀ ਟਿਪੀਕਲ ਫੈਕਟਰੀ ਓਵਰਹੈਡ ਹੈ ਕੋਸਟ ਹੈ, ਦੱਸੋ। ਡਿਸਟਰੀਬਿਊਸ਼ਨ, ਇੰਟਰਨਲ ਆਡਿਟ, ਕੰਪੋਜੀਸ਼ਨ ਆਫ ਪਲਾਂਟ ਮੈਨੇਜਰ, ਡਿਜ਼ਾਈਨ। ਇਸ 'ਚੋਂ ਕਿਹੜੀ ਟਿਪੀਕਲ ਫੈਕਟਰੀ ਓਵਰਹੈਡ ਕੋਸਟ ਹੈ? ਇਹਦਾ ਆंसर ਆ ਜਾਏਗਾ सी ऑप्शन, ਕੰਪੋਜੀਸ਼ਨ ਆਫ ਪਲਾਂਟ ਮੈਨੇਜਰ। ਠੀਕ ਹੈ ਨਾ, ਫੈਕਟਰੀ ਓਵਰਹੈਡ ਦਾ ਹੀ ਪਾਰਟ ਹੈ। ਐਜ਼ਿਊਮਿੰਗ ਨੋ ਰਿਟਰਨਸ ਆਊਟਵਰਡਸ नो कैरेज इनवर्ड्स, ना कोई रिटर्न आउटवर्ड है ना ही कोई कैरेज इनवर्ड है, तो कोस्ट ऑफ गुड सोल्ड विल बी इक्वल किस दे होएगा? दसो, सोचो ध्यान नाल। ओपनिंग स्टॉक लैस परचेसिस प्लस क्लोजिंग स्टॉक प्लस परचेसिस प्लस ओपनिंग स्टॉक, सेल्स लैस ग्रोस प्रॉफिट, परचेसिस प्लस क्लोज स्टॉक प्लस ओपनिंग स्टॉक प्लस डायरैक्ट लेबर। दसो इस कि स्टेटमेंट ठीक बैठेगी? जे कोई ना तो रिटर्न आउटवर्ड है ना कैरेज इनवर्ड है, ना परचेसिस रिटर्न है तो ना ही कोई कैरेज ऊपर लग रहा है कोई खर्चा है, डायरैक्ट एक्सपेंसिस है, तो मेरी कॉस्ट ऑफ गुड सोल्ड किस दे इक्वल होएगी? दसो। इसका आंसर आएगा सी ऑप्शन, सेल लैस ग्रोस प्रॉफिट। ठीक है ना फ्रेंड्स। अगला क्वेश्चन है द कंपोनेंट्स ऑफ टोटल फैक्ट्री कॉस्ट आर। ਕਿਹੜੇ ਕਿਹੜੇ ਕੰਪੋਨੈਂਟਸ ਹੈ ਟੋਟਲ ਫੈਕਟਰੀ ਕੋਸਟ ਦੇ ਕੱਢਣ ਦੇ? ਦੱਸੋ। ਡਾਇਰੈਕਟ ਮਟੀਰੀਅਲ ਪਲੱਸ ਡਾਇਰੈਕਟ ਲੇਬਰ ਪਲੱਸ ਫੈਕਟਰੀ ਓਵਰਹੈਡ, ਪ੍ਰਾਈਮ ਕੋਸਟ ਓਨਲੀ, ਪ੍ਰਾਈਮ ਕੋਸਟ ਪਲੱਸ ਫੈਕਟਰੀ ਓਵਰਹੈਡ। ਕੋਸਟ ਸ਼ੀਟ ਦਾ ਹੀ ਇਹ ਪਾਰਟ ਹੈ। ਟੋਟਲ ਫੈਕਟਰੀ ਕੋਸਟ ਦੱਸਣੀ ਹੈ ਮੇਰੀ, ਕਿਵੇਂ ਨਿਕਲੇਗੀ ਦੱਸੋ, ਕਿਹੜੀ ਸਟੇਟਮੈਂਟ ਠੀਕ ਹੈ ਇਸ 'ਚੋਂ? ਇਹਦਾ ਆंसर ਆ ਜਾਏਗਾ ਪ੍ਰਾਈਮ ਕੋਸਟ ਪਲੱਸ ਫੈਕਟਰੀ ਓਵਰਹੈਡ। ਪ੍ਰਾਈਮ ਕੋਸਟ ਕੀ ਆ ਜਾਂਦਾ? ਡਾਇਰੈਕਟ ਲੇਬਰ, ਡਾਇਰੈਕਟ ਐਕਸਪੈਂਸਿਸ, ਡਾਇਰੈਕਟ ਮਟੀਰੀਅਲ। ਠੀਕ ਹੈ, ਇਹਨੂੰ ਕੀ ਕਹਿੰਦੇ ਨੇ ਮੇਰੀ ਸਾਰੇ ਨੂੰ? ਪ੍ਰਾਈਮ ਕੋਸਟ ਪਲੱਸ ਫੈਕਟਰੀ ਓਵਰਹੈਡ ਦੇ ਖਰਚੇ। ਠੀਕ ਹੈ। अगला क्वेश्चन है यू आर रिक्वायर्ड टू आइडेंटिफाई हाउ मच गुड्स यूनिट्स वेयर आउटपुट फ्रॉम दी प्रोसैस। आइडेंटिफाई करने हैं किन्ने जेडे मेरे गुड्स हैं यूनिट्स विच, वो मेरे वेयर आउटपुट्स हैं, मतलब मेरिया प्रोसैस विचों किन्नियां यूनिट्स हो सकदियां मेरिया? दसो। यूनिट्स दित्तियां हुई हैं पुट इन प्रोसैस विच, प्रोसैस च किन्नियां? 4000 है। लॉस किन्नी हुई है? 500। यूनिट्स इन प्रोसैस विच हले किन्नियां पईयां? 200। तो आउटपुट फ्रॉम दी प्रोसैस विच किन्नियां निकलियां मेरियां? दसो। प्रोसैस च किन्नियां सी टोटल? 4000। लॉस किन्नियां हुई 500, तो यूनिट्स हले प्रोसैस च हले हैगियां 200। तो टोटल आउटपुट मेरी किन्नी निकली प्रोसैस विचों? ये पूछ रहे हो, सोचो। ईजी है। इसका आंसर आ जाएगा 3300। 4000 चों 700 माइनस कर लो तो मेरा 3300 आंसर आ जाएगा। ठीक है, 500 प्लस 200 माइनस 4000 या 4000 माइनस 700 तो मेरा 3300 आंसर आ जाएगा। ठीक है, मेरी टोटल पता लग जाएगी मैनू जी आउटपुट है मेरी प्रोसैस विचों कितनी निकली है। ठीक है ना फ्रेंड्स। ऑपरेशन कोस्ट इज इन ऑफन नेम्ड हैज़। ऑपरेशन कोस्ट मैं और किस नाम नाल जानिया जा सकता मेरा? मैनुफैक्चरिंग कोस्ट प्लस कमर्शियल एक्सपेंसिस, प्राइम कोस्ट प्लस फैक्ट्री ओवरहेड, डायरैक्ट मटीरियल प्लस डायरैक्ट लेबर, सैलिंग प्लस एडमिनिस्ट्रेटिव एक्सपेंसिस। दसो।
ਇਹਦਾ ਆਂਸਰ ਆਏਗਾ ਸੈਲਿੰਗ ਪਲੱਸ ਐਡਮਿਨਿਸਟ੍ਰੇਟਿਵ ਐਕਸਪੈਂਸਿਸ। ਆਪਰੇਸ਼ਨ ਕੋਸਟ ਨੂੰ ਮੈਂ ਹੋਰ ਕਿਸ ਨਾਮ ਨਾਲ ਕਿਹਾ ਜਾ ਸਕਦਾ ਹੈ, ਸੈਲਿੰਗ ਪਲੱਸ ਐਡਮਿਨਿਸਟ੍ਰੇਟਿਵ ਐਕਸਪੈਂਸਿਸ। ਠੀਕ ਹੈ ਫਰੈਂਡਸ। ਮਾਰਕੀਟਿੰਗ ਇਨਵੋਲਵਸ ਦੀ ਫੋਲੋਇੰਗ ਐਕਸੈਪਟ। ਮਾਰਕੀਟਿੰਗ ਵਿੱਚ ਕੀ ਕੀ ਇਨਵੋਲਵ ਹੁੰਦਾ ਹੈ, ਇੱਕ ਨੂੰ ਛੱਡ ਕੇ। ਇਹਨਾਂ 'ਚੋਂ ਕੁਝ ਇੱਕ ਐਸਾ ਹੈ ਜੋ ਉਸ ਨੂੰ ਛੱਡ ਕੇ ਬਾਕੀ ਸਭ ਕੁਝ ਮਾਰਕੀਟਿੰਗ ਵਿੱਚ ਇਨਵੋਲਵ ਹੁੰਦਾ। ਦੱਸੋ। ਡਿਜ਼ਾਈਨਿੰਗ, ਸੈਲਿੰਗ, ਪਬਲਿਸਿਟੀ, ਡਿਸਟਰੀਬਿਊਸ਼ਨ। ਇਹ 'ਚੋਂ ਕਿਹੜਾ ਸਟੇਟਮੈਂਟ ਐਸਾ ਹੈ, ਕਿਹੜਾ ਆਪਸ਼ਨ ਹੈ ਜੋ ਮਾਰਕੀਟਿੰਗ ਦਾ ਪਾਰਟ ਨਹੀਂ ਹੈ? ਇਹਦਾ ਆਂਸਰ ਆ ਜਾਏਗਾ ਡਿਜ਼ਾਈਨਿੰਗ। ਡਿਜ਼ਾਈਨਿੰਗ ਕੋਈ ਮੇਰਾ ਮਾਰਕੀਟਿੰਗ ਦਾ ਪਾਰਟ ਨਹੀਂ ਹੈ। ਸੈਲਿੰਗ ਹੈਗਾ, ਪਬਲਿਸਿਟੀ ਹੈਗਾ, ਡਿਸਟਰੀਬਿਊਸ਼ਨ ਹੈਗਾ। ਠੀਕ ਹੈ ਫਰੈਂਡਸ। ਵੇਰੀਅਸ ਮੈਥਡਸ ਆਰ ਯੂਜ਼ ਫॉर ਪ੍ਰਾਈਸਿੰਗ ਮਟੀਰੀਅਲ ਯੂਜ਼ਡ। ਠੀਕ ਹੈ, ਕਿੰਨਾ ਪ੍ਰਾਈਸ ਮੇਰਾ ਮਟੀਰੀਅਲ ਯੂਜ਼ ਹੋਇਆ ਉਹਦੇ ਲਈ ਆਪਾਂ ਕਈ ਮੈਥਡ ਯੂਜ਼ ਕਰਦੇ ਹਾਂ। ਤਾਂ ਕੋਸਟ ਪ੍ਰਾਈਸ ਮੈਥਡ ਕਿਹੜੇ ਕਿਹੜੇ ਹਨ ਇਹ ਪੁੱਛ ਰਿਹਾ ਉਹ। ਸਪੈਸੀਫਿਕ ਪ੍ਰਾਈਸ, ਫਸਟ ਇਨ ਫਸਟ ਆਊਟ ਮੈਥਡ, ਲਾਸਟ ਇਨ ਫਸਟ ਆਊਟ ਮੈਥਡ, ਆਲ ਆਫ ਦੀ ਅਬਵ। ਕੋਸਟ ਪ੍ਰਾਈਸ ਬਾਰੇ ਦੱਸਣਾ ਤੁਹਾਨੂੰ ਮੈਂ ਕਰਾ ਚੁੱਕਾ ਇਹ, ਮੈਂ ਤੁਹਾਨੂੰ ਪਤਾ ਹੋਏਗਾ। ਇਹਦਾ ਆਂਸਰ ਆ ਜਾਏਗਾ ਡੀ ਆਪਸ਼ਨ, ਆਲ ਆਫ ਦੀ ਅਬਵ। ਅਗਲਾ ਕੁਐਸਚਨ ਹੈ, ਇਨ ਵਿਚ ਆਫ ਦਾ ਫੋਲੋਇੰਗ ਸੈਂਟਰ ਫੈਕਟਰੀ ਓਵਰਹੈਡ ਕੋਸਟ ਨੋਟ ਇਨਕਰਡ। ਦੱਸੋ ਇਹ 'ਚ ਕਿਹੜਾ ਐਸਾ ਸੈਂਟਰ ਜਿੱਥੇ ਫੈਕਟਰੀ ਓਵਰਹੈਡ ਕੋਸਟ ਇਨਕਰਡ ਨਹੀਂ ਹੁੰਦੀ? ਪ੍ਰੋਡਕਸ਼ਨ ਸੈਂਟਰ, ਸਰਵਿਸ ਸੈਂਟਰ, ਜਨਰਲ ਕੋਸਟ ਸੈਂਟਰ, ਹੈੱਡ ਆਫਿਸ। ਧਿਆਨ ਨਾਲ ਸੋਚੋ, ਤੁਹਾਨੂੰ ਇਹਦਾ ਆਂਸਰ ਆਰਾਮ ਨਾਲ ਲੱਭ ਜਾਏਗਾ। ਇਹਦਾ ਆਂਸਰ ਹੈ ਹੈੱਡ ਆਫਿਸ। ਹੈੱਡ ਆਫਿਸ 'ਚ ਮੇਰੀ ਕੋਈ ਐਸੀ ਫੈਕਟਰੀ ਓਵਰ ਕੋਸਟ ਇਨਕਰਡ ਨਹੀਂ ਹੁੰਦੀ। ਠੀਕ ਹੈ। ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਇਨਵੈਂਟਰੀ ਆਫ ਲਾਸਟ ਈਅਰ ਨੂੰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ? ਇਜ਼ ਟ੍ਰੀਟਡ ਐਜ਼ ਓਪਨਿੰਗ ਇਨਵੈਂਟਰੀ ਫਰੋਮ ਕਰੰਟ ਈਅਰ, ਇਜ਼ ਨੋਟ ਆ ਕੈਰੀਡ ਫਾਰਵਰਡ ਟੂ ਨੈਕਸਟ ਈਅਰ, ਜਾਂ ਬਿਕਮ ਐਕਸਪੈਂਸਿਸ ਇਨ ਦਾ ਨੈਕਸਟ ਈਅਰ, ਜਾਂ ਚਾਰਜ ਟੂ ਪ੍ਰੋਫਿਟ ਲੋਸ ਅਕਾਊਂਟ। ਦੱਸੋ। ਕਲੋਜ਼ਿੰਗ ਵਰਕਿੰਗ ਪ੍ਰੋਗਰੈਸ ਜਿਹੜੀ ਮੇਰੀ ਇਨਵੈਂਟਰੀ ਹੁੰਦੀ ਹੈ ਲਾਸਟ ਈਅਰ ਦੀ, ਸਾਲ ਦੇ ਅੰਤ ਵਿੱਚ 31 ਮਾਰਚ ਨੂੰ, ਤਾਂ ਉਹ ਕੀ ਹੋਏਗੀ? ਦੱਸੋ। ਤੁਹਾਨੂੰ ਮੈਂ ਕਰਾ ਚੁੱਕਾ ਵੈਸੇ, ਯਾਦ ਕਰੋ। ਇਹਦਾ ਆਂਸਰ ਆ ਜਾਏਗਾ ਇਹ ਆਪਸ਼ਨ। ਕਦੀ ਜਿਹੜੀ ਵੀ ਆਪਾਂ ਕਲੋਜ਼ਿੰਗ ਹੁੰਦੀ ਹੈ ਨਾ, ਕਲੋਜ਼ਿੰਗ ਇਨਵੈਂਟਰੀ ਹੁੰਦੀ ਹੈ, ਉਹ ਮੇਰਾ ਹਮੇਸ਼ਾ ਅਗਲੇ ਸਾਲ ਦੀ ਓਪਨਿੰਗ ਬਣ ਜਾਂਦੀ ਹੈ। ਇਹ ਓਪਨਿੰਗ ਕਿਸ 'ਚ ਜਾਂਦੀ ਹੈ? ਵੈਸੇ ਇਹ ਤਾਂ ਵਰਕਿੰਗ ਪ੍ਰੋਗਰੈਸ ਦੀ ਗੱਲ ਕਰ ਰਿਹਾ। ਜੇ ਮੈਂ ਵੈਸੇ ਇਕੱਲੇ ਓਪਨਿੰਗ ਸਟਾਕ ਦੀ ਵੀ ਗੱਲ ਕਰਾਂ, ਉਹ ਕਿਸ 'ਚ ਜਾਂਦੀ ਹੈ? ਟ੍ਰੇਡਿੰਗ ਅਕਾਊਂਟ 'ਚ ਜਾਂਦੀ ਹੈ। ਆਪਾਂ ਨੇ ਫਾਈਨੈਂਸ਼ੀਅਲ ਅਕਾਊਂਟਿੰਗ ਦੇਖਿਆ ਸੀ, ਇਹ ਆਪਣੀ ਕੋਸਟ ਦੀ ਅਕਾਊਂਟਿੰਗ ਦੀ ਗੱਲ ਚੱਲ ਰਹੀ ਹੈ। ਫਿਲਹਾਲ ਜੇ ਆਪਣਾ ਓਪਨਿੰਗ ਸਟਾਕ ਦੀ ਵੀ ਗੱਲ ਦੇਖੀਏ ਤਾਂ ਟ੍ਰੇਡਿੰਗ ਅਕਾਊਂਟ 'ਚ ਆਉਂਦੀ ਹੈ। ਟ੍ਰੇਡਿੰਗ ਅਕਾਊਂਟ 'ਚ ਓਪਨਿੰਗ ਪਲੱਸ ਪਰਚੇਸਿਸ ਹੁੰਦੇ ਸੀ, ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ ਸਟਾਕ, ਕੀ ਨਿਕਲਦਾ ਸੀ? ਕੋਸਟ ਆਫ ਗੁੱਡ ਸੋਲਡ। ਠੀਕ ਹੈ। ਤਾਂ ਜਿਹੜਾ ਵੀ ਮਾਲ ਮੇਰਾ ਵਰਕਿੰਗ ਪ੍ਰੋਗਰੈਸ ਵਿੱਚ ਬਚ ਗਿਆ ਕਲੋਜ਼ਿੰਗ ਸਟਾਕ 31 ਮਾਰਚ ਨੂੰ, ਉਹ ਅਗਲੇ ਮਹੀਨੇ, ਅਗਲੇ ਸਾਲ, ਮਤਲਬ ਅਗਲੇ ਮਹੀਨੇ ਲਾ ਲਓ, ਅਗਲੇ ਸਾਲ ਲਾ ਲਓ, ਮੇਰਾ ਕੀ ਹੋ ਜਾਂਦਾ? ਓਪਨਿੰਗ ਸਟਾਕ ਬਣ ਜਾਂਦਾ। ਠੀਕ ਹੈ। ਸੋ ਅੱਜ ਲਈ ਆਪਣੇ 20 ਕੁਐਸਚਨ ਸੀ, ਆਪਾਂ ਨੇ ਅੱਜ ਇਹਦੀ ਪ੍ਰੈਕਟਿਸ ਕੀਤੀ। ਅਤੇ ਜਿਹੜੇ ਕੁਐਸਚਨ ਤੁਹਾਡੇ ਤੋਂ ਪੁੱਛੇ ਨੇ ਉਹਦਾ ਉਸ ਕਮੈਂਟ ਸੈਕਸ਼ਨ ਵਿੱਚ ਆਨਸਰ ਜ਼ਰੂਰ ਦੇਣਾ। ਠੀਕ ਹੈ ਨਾ। ਅਤੇ ਆਪਾਂ ਨਾਲ ਰਿਵੀਜ਼ਨ ਕਰਦੇ ਜਾ ਰਹੇ ਹਾਂ। ਠੀਕ ਹੈ। ਆਪਣੇ 49 ਲੈਕਚਰਸ ਹੋ ਚੁੱਕੇ ਹੈ, ਅਤੇ ਮੈਂ ਸਿਲੇਬਸ ਵੀ ਨਾਲ ਕਰਾਉਂਦਾ ਜਾ ਰਿਹਾ ਅਤੇ ਰਿਵੀਜ਼ਨ ਵੀ ਨਾਲ ਕਰਾਉਂਦਾ ਜਾ ਰਿਹਾ। ਹਮੇਸ਼ਾ ਯਾਦ ਰੱਖਿਓ, ਮੈਂ ਰਿਵੀਜ਼ਨ ਪਲੱਸ ਸਿਲੇਬਸ ਦੋਨੋਂ ਕਰਾਉਂਦਾ ਜਾ ਰਿਹਾ। ਤੁਸੀਂ ਕਦੇ ਵੀ ਦੇਖਣਾ, ਮੇਰਾ ਕੋਈ ਇੱਕ ਟੌਪਿਕ ਹੋਏਗਾ, ਉਸ ਤੋਂ ਬਾਅਦ ਹੀ ਮੇਰਾ ਨਾਲ ਦੀ ਨਾਲ ਰਿਵੀਜ਼ਨ ਦਾ ਲੈਕਚਰ ਹੋਏਗਾ। ਠੀਕ ਹੈ। ਰਿਵੀਜ਼ਨ ਵਿੱਚ ਮੇਰੇ ਘੱਟੋ ਘੱਟ 20 ਕੁਐਸਚਨ ਹੋਣਗੇ ਹੀ ਹੋਣਗੇ। ਠੀਕ ਹੈ ਨਾ। 20 ਕੁਐਸਚਨ ਮੇਰੇ ਹੋਣਗੇ ਹੀ ਹੋਣਗੇ ਘੱਟੋ ਘੱਟ। ਅਤੇ ਮੈਂ 8 ਟੈਸਟ ਲੈ ਚੁੱਕਾ ਤੁਹਾਡੇ ਤੋਂ। ਠੀਕ ਹੈ ਨਾ। 8 ਟੈਸਟ ਲੈ ਚੁੱਕਾ, 50 ਕੁਐਸਚਨਾਂ ਦੇ 400 ਕੁਐਸਚਨ ਹੋ ਗਏ। ਠੀਕ ਹੈ। ਅਤੇ 600 ਕੁ ਕੁਐਸਚਨ ਮੈਂ ਤੁਹਾਨੂੰ ਉਂਝ ਕਰਾ ਚੁੱਕਾ। ਠੀਕ ਹੈ ਨਾ। 600 ਕੁ ਕੁਐਸਚਨ ਤੁਹਾਨੂੰ ਮੈਂ ਉਂਝ ਕਰਾ ਚੁੱਕਾ, ਅਤੇ ਟੋਟਲ 1000 ਕੁਐਸਚਨ ਦੀ ਪ੍ਰੈਕਟਿਸ ਤਾਂ ਤੁਹਾਨੂੰ ਮੈਂ ਹਾਲੇ ਵੀ ਕਰਾ ਚੁੱਕਾ ਮੈਂ MCQs ਦੀ। ਠੀਕ ਹੈ। ਇਹਦੀ ਪ੍ਰੈਕਟਿਸ ਮੇਰੀ ਨਾਲ ਹੀ ਚੱਲ ਰਹੀ ਹੈ। ਸੋ ਰੋਜ਼ ਦੇਖੋ, ਅਤੇ ਨਾਲ ਸਿਲੇਬਸ ਵੀ ਕੰਪਲੀਟ ਕਰਦੇ ਜਾਓ, ਅਤੇ ਨਾਲ ਪ੍ਰੈਕਟਿਸ ਵੀ ਕਰਦੇ ਜਾਓ। ਠੀਕ ਹੈ। ਤੁਹਾਨੂੰ ਹੀ ਆਸਾਨੀ ਰਹੇਗੀ। ਠੀਕ ਹੈ ਨਾ ਫਰੈਂਡਸ। ਮੈਂ ਤਾਂ ਇਵੇਂ ਕਰਦਾ ਕਿਉਂਕਿ ਬਾਅਦ 'ਚ ਪ੍ਰੋਬਲਮ ਹੋ ਜਾਂਦੀ ਹੈ ਦੁਬਾਰਾ ਰਿਵੀਜ਼ਨ ਕਰਨ ਵਿੱਚ, ਅਤੇ ਨਾਲ ਹੀ ਪ੍ਰੈਕਟਿਸ ਚੱਲੇਗੀ ਤਾਂ ਜ਼ਿਆਦਾ ਈਜ਼ੀ ਰਹੇਗਾ। ਹੁਣ ਜਿਵੇਂ ਤੁਹਾਨੂੰ ਮੈਂ ਪਿਛਲਾ ਲੈਕਚਰ ਵਿੱਚ ਤੁਹਾਨੂੰ ਕੀ ਕਰਾਇਆ? ਅਕਾਊਂਟਿੰਗ ਕੁਐਸਚਨ ਕਰਾਇਆ, ਅਤੇ ਨੈਕਸਟ ਲੈਕਚਰ ਵਿੱਚ ਤੁਹਾਨੂੰ ਨਾਲ ਦੀ ਨਾਲ ਮੈंने ਉਹਦੀ ਪ੍ਰੈਕਟਿਸ ਕਰਾਤੀ। ਇਹਦੇ ਨਾਲ ਤੁਹਾਨੂੰ ਹੁਣ ਕੀ ਆਸਾਨੀ ਹੋਏਗੀ? ਤੁਹਾਨੂੰ ਸਮਝ ਪੈ ਜਾਏਗੀ। ਠੀਕ ਹੈ। ਤੁਹਾਨੂੰ ਅੱਗੇ ਨਹੀਂ ਪਰੇਸ਼ਾਨੀ ਹੋਣੀ। ਅਤੇ ਤਾਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਪੁੱਛੋ, ਮੈਂ 100% ਉਹਦਾ ਰਿਪਲਾਈ ਕਰਾਂਗਾ। ਠੀਕ ਹੈ। ਜੇ ਮੇਰੇ ਤੋਂ ਕੋਈ ਗਲਤੀ ਵੀ ਹੋ ਜਾਂਦੀ ਹੈ ਤਾਂ ਵੀ ਤੁਸੀਂ ਮੈਨੂੰ ਦੱਸਿਓ। ਠੀਕ ਹੈ। ਉਹਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਲੈਕਚਰ 'ਚ ਉਹਨੂੰ ਮੈਂ ਦੁਬਾਰਾ ਉਸਦੀ ਗਲਤੀ ਨਾ ਦੁਹਰਾਵਾਂ। ਵੈਸੇ ਤਾਂ ਮੈਂ ਧਿਆਨ ਰੱਖਦਾ, ਮਗਰ ਬਾਈ ਚਾਂਸ ਹੋ ਵੀ ਜਾਵੇ
ਤਾਂ ਤੁਸੀਂ ਜ਼ਰੂਰ ਦੱਸਣਾ, ਠੀਕ ਹੈ। ਸੋ ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ, ਠੀਕ ਹੈ। ਓਕੇ, ਥੈਂਕ ਯੂ।